Good morning students. Library resources and art in education subject ਦਾ ਜੋ BEd ਦਾ subject ਹੈ ਉਸ ਦਾ ਟੌਪਿਕ ਆਪਾਂ ਅੱਜ ਕਰਾਂਗੇ reference section, thesis section, administration and finance section, binding section, reprography section and translation section। ਆਪਾਂ ਪਿੱਛੇ ਸਾਰੇ ਸੈਕਸ਼ਨਾਂ ਦੀ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇੱਕ ਲਾਇਬ੍ਰੇਰੀ ਦੇ ਵਿੱਚ ਬਹੁਤ ਸਾਰੇ ਸੈਕਸ਼ਨਸ ਹੁੰਦੇ ਨੇ। ਸਾਰੀਆਂ ਹੀ ਗਤੀਵਿਧੀਆਂ ਨੂੰ ਕਰਨ ਦੇ ਲਈ ਅਲੱਗ-ਅਲੱਗ ਸੈਕਸ਼ਨਾਂ ਦੀ ਜਿਹੜੀ ਹੈ ਲੋੜ ਪੈਂਦੀ ਹੈ, ਜਿਸ ਦੇ ਕਰਕੇ ਆਪਾਂ ਸਭ ਤੋਂ ਪਹਿਲਾਂ ਐਕੁਜੀਸ਼ਨ ਸੈਕਸ਼ਨ ਕੀਤਾ ਸੀ, ਫਿਰ ਉਸ ਤੋਂ ਬਾਅਦ ਆਪਾਂ ਆਪਣਾ ਟੈਕਨੀਕਲ ਸੈਕਸ਼ਨ ਸੀ, ਸਰਕੂਲੇਸ਼ਨ ਸੈਕਸ਼ਨ ਸੀ, ਪੀਰੀਓਡਿਕਲ ਸੈਕਸ਼ਨ ਸੀ। ਜਿਹੜੇ ਇਹ ਸਾਰੇ ਸੈਕਸ਼ਨਸ ਕਰਨ ਤੋਂ ਬਾਅਦ ਜਿਹੜਾ ਅਗਲਾ ਸੈਕਸ਼ਨ ਆਪਣਾ ਆਉਂਦਾ ਹੈ ਰੈਫਰੈਂਸ ਸੈਕਸ਼ਨ, thesis section, administration and finance section, binding section, reprography section and translation section। ਅਸੀਂ ਹੁਣ one by one ਇਹਨਾਂ ਨੂੰ ਜੋ ਹੈ ਡਿਸਕਸ ਕਰਾਂਗੇ। ਠੀਕ ਹੈ ਬੇਟਾ ਜੀ। ਫਰਸਟ ਵਨ ਹੈ ਆਪਣਾ reference section। ਫਰਸਟ ਹੈ ਆਪਣਾ reference section। ਹੁਣ ਜੇ reference section ਦੀ ਗੱਲ ਕਰੀਏ ਤਾਂ reference section ਕੀ ਹੁੰਦਾ ਹੈ? ਕਹਿੰਦੇ ਸੰਦਰਭ ਸੇਵਾਵਾਂ। ਇਹ ਉਹ ਸੈਕਸ਼ਨ ਹੈ ਜਿਸ ਦੇ ਵਿੱਚ ਜਿਹੜੀਆਂ ਬੁੱਕਸ ਨੇ, ਕੁਝ ਰੇਅਰ ਬੁੱਕਸ ਜਿਹੜੀਆਂ ਹੁੰਦੀਆਂ ਨੇ ਜਾਂ ਕੋਸਟਲੀ ਬੁੱਕਸ ਜਿਹੜੀਆਂ ਆਪਾਂ ਉਸ ਦੇ ਵਿੱਚ ਰੱਖ ਲੈਂਦੇ ਹਾਂ, ਜਿਨ੍ਹਾਂ ਦੀ ਲਾਇਬ੍ਰੇਰੀ ਦੇ ਵਿੱਚ ਬਹੁਤ ਆਪ ਨਹੀਂ ਹੁੰਦੀ, ਬਹੁਤ ਹੀ ਘੱਟ ਮਾਤਰਾ ਦੇ ਵਿੱਚ ਜਿਹੜੀਆਂ ਨੇ ਇਹ ਬੁੱਕਸ ਹੁੰਦੀਆਂ ਨੇ। ਕਿਉਂਕਿ ਇਹ ਬੁੱਕਸ ਜਿਹੜੀਆਂ ਨੇ ਜਿਹੜੇ ਆਪਣੇ ਰਿਸਰਚਰਸ ਨੇ ਉਹਨਾਂ ਵੱਲੋਂ ਜ਼ਿਆਦਾ ਯੂਜ਼ ਕੀਤੀਆਂ ਜਾਂਦੀਆਂ ਨੇ, ਜਾਂ ਉਹਨਾਂ ਰੀਡਰਸ ਦੇ ਦੁਆਰਾ ਜਾਂ ਉਹਨਾਂ ਯੂਜ਼ਰ ਦੇ ਦੁਆਰਾ ਯੂਜ਼ ਕੀਤੀਆਂ ਜਾਂਦੀਆਂ ਨੇ ਜੋ ਆਪਣੀ ਕੋਈ ਖੋਜ ਕਰ ਰਹੇ ਹੁੰਦੇ ਨੇ ਜਾਂ ਜਿਨ੍ਹਾਂ ਨੇ ਕੋਈ ਸਪੈਸ਼ਲ ਨੌਲੇਜ ਲੈਣੀ ਹੁੰਦੀ ਹੈ। ਇਹ ਸਪੈਸ਼ਲ ਟਾਈਪ ਦੀਆਂ ਜਿਹੜੀਆਂ ਬੁੱਕਸ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਸਪੈਸ਼ਲ ਮਟੀਰੀਅਲ ਪਾਇਆ ਜਾਂਦਾ ਹੈ। ਤੇ ਜੇਕਰ ਇਸ ਨੂੰ ਕਿਹਾ ਜਾਵੇ ਤਾਂ ਕਹਿੰਦੇ ਜਿਵੇਂ ਸਰਕੂਲੇਸ਼ਨ ਸੈਕਸ਼ਨ ਇੱਕ ਲਾਇਬ੍ਰੇਰੀ ਦਾ ਕੇਂਦਰੀ ਧੁਰਾ ਹੁੰਦਾ ਹੈ, ਤਾਂ ਇਹ ਲਾਇਬ੍ਰੇਰੀ ਸਰਵਿਸਿਜ਼ ਦਾ ਧੁਰਾ ਹੁੰਦਾ ਹੈ। ਉਹ ਲਾਇਬ੍ਰੇਰੀ ਦੇ ਕੇਂਦਰ ਦਾ ਧੁਰਾ ਹੁੰਦਾ ਹੈ, ਹੱਬ ਹੁੰਦਾ ਹੈ, ਸੈਂਟਰ ਹੱਬ ਹੁੰਦਾ ਹੈ। ਇਹ ਕੀ ਹੁੰਦਾ ਹੈ? ਸਰਵਿਸਿਜ਼, ਜਿਹੜੀਆਂ ਸਰਵਿਸਿਜ਼ ਲਾਇਬ੍ਰੇਰੀ ਸਰਵਿਸਿਜ਼ ਅਸੀਂ ਦਿੰਦੇ ਆ ਉਸ ਦਾ ਇਹ ਹੱਬ ਹੁੰਦਾ ਹੈ। ਇਸ ਨੂੰ ਰੀੜ ਦੀ ਹੱਡੀ ਵੀ ਕਿਹਾ ਜਾਂਦਾ ਹੈ। ਆਪਣੇ ਸਰੀਰ ਦੇ ਵਿੱਚ ਜਿਹੜੀ ਸਪਾਈਨਲ ਬੋਨ ਹੈ ਉਸ ਦੀ ਨਾੜੀ ਜਿਹੜੇ ਆਪਾਂ ਕਹਿੰਦੇ ਆ, ਤਾਂ ਉਹ ਇਹ ਰੈਫਰੈਂਸ ਸੈਕਸ਼ਨ ਜਿਹੜਾ ਹੈ ਉਹ ਰੀੜ ਦੀ ਹੱਡੀ ਵੀ ਮੰਨਿਆ ਜਾਂਦਾ ਹੈ ਕਿ ਇੱਕ ਜਿਹੜਾ ਲਾਇਬ੍ਰੇਰੀ ਹੈ ਉਸ ਦੇ ਵਿੱਚ ਜਿੰਨਾ ਜ਼ਿਆਦਾ ਯੂਜ਼ਰ ਦਾ ਸਰਕੂਲੇਸ਼ਨ ਸੈਕਸ਼ਨ ਤੋਂ ਆਪਾਂ ਦੇਖਦੇ ਹਾਂ ਕਿੰਨੇ ਜ਼ਿਆਦਾ ਯੂਜ਼ਰ ਦੀ ਵਰਤੋਂ ਹੋ ਰਹੀ ਹੈ, ਮਤਲਬ ਕਿੰਨੇ ਜ਼ਿਆਦਾ ਯੂਜ਼ਰ ਜਿਹੜੇ ਨੇ ਉਸ ਲਾਇਬ੍ਰੇਰੀ ਨੂੰ ਯੂਜ਼ ਕਰ ਰਹੇ ਨੇ। ਸੈਕੰਡਲੀ ਕਿਸੇ ਲਾਇਬ੍ਰੇਰੀ ਦੀ ਰਿਚਨੈਸ ਕਿੱਥੋਂ ਦੇਖੀ ਜਾਂਦੀ ਹੈ ਕਿ ਉਸ ਦੀ ਰੈਫਰੈਂਸ ਸੈਕਸ਼ਨ ਦੀ ਕਿੰਨੀ ਯੂਟਿਲਾਈਜੇਸ਼ਨ ਹੈ, ਮਤਲਬ ਉਹ ਕਿੰਨੀ ਯੋਗ ਹੈ, ਕਿੰਨੀ ਉਹਦੇ ਵਿੱਚ ਕੈਪੇਬਿਲਿਟੀ ਹੈ, ਉਹਦੇ ਰੈਫਰੈਂਸ ਸੈਕਸ਼ਨ 'ਚ ਕਿੰਨਾ ਮਟੀਰੀਅਲ ਪ੍ਰੋਵਾਈਡ ਹੁੰਦਾ ਹੈ ਇੱਕ ਯੂਜ਼ਰਸ ਨੂੰ, ਤਾਂ ਉਹ ਜਿਹੜਾ ਰੈਫਰੈਂਸ ਸੈਕਸ਼ਨ ਹੈ ਉਹ ਮੇਨ ਮੰਨਿਆ ਜਾਂਦਾ ਹੈ। ਇਹ ਇੱਕ ਲਾਇਬ੍ਰੇਰੀ ਸਰਵਿਸਿਜ਼ ਦਾ ਹੱਬ ਮੰਨਿਆ ਜਾਂਦਾ ਹੈ। ਠੀਕ ਹੈ ਬੇਟਾ ਜੀ। ਹੁਣ ਰੈਫਰੈਂਸ ਸੈਕਸ਼ਨ ਦੀਆਂ ਨੇ ਕੁਝ ਜਿਹੜੀਆਂ ਡਿਊਟੀਆਂ ਨੇ, ਕੁਝ ਫੰਕਸ਼ਨਸ ਨੇ। ਉਹ ਕੀ ਫੰਕਸ਼ਨਸ ਨੇ? ਆਪਾਂ ਫੰਕਸ਼ਨਸ ਦੀ ਗੱਲ ਕਰਾਂਗੇ। ਇੱਕ ਰੈਫਰੈਂਸ ਲਾਇਬ੍ਰੇਰੀਅਨ ਜਿਹੜਾ ਹੈਗਾ, ਲਾਇਬ੍ਰੇਰੀਅਨ ਕੀ ਕਰਦਾ? ਇੱਕ ਰੈਫਰੈਂਸ ਲਾਇਬ੍ਰੇਰੀਅਨ ਜਿਹੜਾ ਹੈ ਹਾਊ ਟੂ ਯੂਜ਼ ਦਾ ਕੈਟਾਲੋਗ, ਉਹ ਕੀ ਦੱਸਦਾ ਹੈ ਕਿ ਯੂਜ਼ਰ ਨੂੰ ਹਾਊ ਟੂ ਯੂਜ਼ ਕੈਟਾਲੋਗ, ਕਲਾਸੀਫਿਕੇਸ਼ਨ, ਮਤਲਬ ਜਿੰਨੀਆਂ ਵੀ ਸਰਵਿਸਿਜ਼ ਲਾਇਬ੍ਰੇਰੀ ਦੇ ਵਿੱਚ ਜਿੰਨੀਆਂ ਵੀ ਸਰਵਿਸਿਜ਼ ਯੂਜ਼ ਹੁੰਦੀਆਂ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਵਰਤਣਾ ਹੈ, ਬੁੱਕਸ ਕਿੱਥੇ ਪਈਆਂ ਨੇ, ਉਹ ਸਾਰੀਆਂ ਚੀਜ਼ਾਂ ਬਾਰੇ ਇੱਕ ਰੈਫਰੈਂਸ ਸੈਕਸ਼ਨ ਜਿਹੜਾ ਹੈ ਉਹ ਗਾਈਡ ਕਰਦਾ ਹੈ। ਇੱਕ ਰੈਫਰੈਂਸ ਲਾਇਬ੍ਰੇਰੀਅਨ ਜੋ ਹੈ ਉਹ ਆਪਣੇ ਯੂਜ਼ਰਸ ਨੂੰ ਗਾਈਡ ਕਰਦਾ ਹੈ ਕਿ ਹਾਊ ਟੂ ਯੂਜ਼ ਲਾਇਬ੍ਰੇਰੀ, ਹਾਊ ਟੂ ਯੂਜ਼ catalog, how to use classification, where we can be got these books, ਜਿਹੜੀਆਂ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਉਹਨਾਂ ਬੁੱਕਸ ਨੂੰ ਕਿੱਥੋਂ ਪ੍ਰਾਪਤ ਕਰ ਸਕਦਾ ਹੈ। ਇਹ ਰੈਫਰੈਂਸ ਸੈਕਸ਼ਨ ਉਸ ਨੂੰ ਹੈਲਪ ਕਰਦਾ ਹੈ। ਸੈਕਿੰਡ, ਗਾਈਡੈਂਸ ਟੂ ਦ ਯੂਜ਼ਰ ਇਨ ਦ ਚੋਇਸ ਆਫ ਬੁੱਕਸ। ਚੋਇਸ ਆਫ ਬੁੱਕਸ ਦੇ ਵਿੱਚ ਵੀ ਜਿਹੜੀ ਹੈ ਹੈਲਪ ਕਰਦਾ ਹੈ। ਗਾਈਡੈਂਸ ਟੂ ਚੂਜ਼ ਦ ਬੁੱਕਸ, to choose the books, books ਨੂੰ choose ਕਰਨ ਲਈ ਵੀ ਉਹ ਗਾਈਡੈਂਸ ਦਿੰਦਾ ਰੈਫਰੈਂਸ ਸੈਕਸ਼ਨ ਦੇ ਵਿੱਚ, ਕਿਉਂਕਿ ਕਈ ਤਰ੍ਹਾਂ ਦੀਆਂ ਬੁੱਕਸ ਮਿਲਦੀਆਂ ਨੇ। ਇੱਕ ਪਾਰਟਿਕੂਲਰ ਉਸਦੇ ਕੁਐਸਚਨ ਦੇ ਨਾਲ ਰਿਲੇਟਡ, ਪਾਰਟਿਕੂਲਰ ਸਬਜੈਕਟ ਦੇ ਨਾਲ ਰਿਲੇਟਡ ਜਿਹੜਾ ਹੈ ਉਸ ਨੂੰ ਰੈਫਰੈਂਸ ਸੈਕਸ਼ਨ ਦਾ ਜਿਹੜਾ ਲਾਇਬ੍ਰੇਰੀਅਨ ਹੈ ਗਾਈਡ ਕਰਦਾ ਹੈ ਕਿ ਕਿਸ ਤਰੀਕੇ ਨਾਲ ਉਸਨੇ ਆਪਣੀ ਬੁੱਕ ਨੂੰ ਚੂਜ਼ ਕਰਨਾ है और केड़ी बुक ਉਹਦੇ ਲਈ ਜ਼ਿਆਦਾ ਯੂਜ਼ੇਬਲ ਹੈ, ਜ਼ਿਆਦਾ ਯੂਜ਼ਫੁਲ
ਜਿਹੜੀਆਂ ਬਿਬਲੀਓਗ੍ਰਾਫੀਜ਼ ਜਾਂ ਬਾਇਓਗ੍ਰਾਫੀਜ਼ ਨੇ ਉਹਨਾਂ ਨੂੰ ਵੀ ਪ੍ਰੋਵਾਈਡ ਕਰਵਾਉਣਾ ਜਿਹੜਾ ਹੈ ਉਹ ਇਸ ਦਾ ਕੰਮ ਹੁੰਦਾ ਹੈ। ਕਿਉਂਕਿ ਇਸੇ ਸੈਕਸ਼ਨ ਦੇ ਵਿੱਚ ਜੇ ਗੱਲ ਕਰੀਏ ਡਿਕਸ਼ਨਰੀਜ਼, ਜਿਹੜੀਆਂ ਡਿਕਸ਼ਨਰੀਜ਼ ਹੋ ਗਈਆਂ ਜਾਂ ਵਰਡ ਮੈਪ ਹੋ ਗਏ, ਜੀਓਗ੍ਰਾਫੀਕਲ ਡੈਜ਼ਰਟੇਸ਼ਨਸ ਹੋ ਗਈਆਂ, ਜੀਓਗ੍ਰਾਫੀਕਲ ਮੈਪਸ ਹੋ ਗਏ, ਜੀਓਗ੍ਰਾਫੀਕਲ ਜਿਹੜੀ ਵੀ ਜੀਓਗ੍ਰਾਫੀਕਲ ਜਿੰਨੇ ਵੀ ਆਪਾਂ ਕਹਿ ਦਈਏ ਡਾਕੂਮੈਂਟਸ ਰਿਲੇਟਡ ਹੋ ਗਏ ਜਾਂ ਆਪਣੀਆਂ डिक्शनरीज में तो वर्ल्ड एनसाइक्लोपीडियाज हो गए, बिब्लियोग्राफीज हो गई, बायोग्राफीज हो गई, ਜਿਹੜੀ ਆਪਣੀ ਜੀਵਨੀਆਂ ਹੁੰਦੀਆਂ ਨੇ, ਲਾਈਫ ਆਫ ਫੇਮਸ ਪਰਸਨਸ ਦੀ ਜਿਹੜੀ ਪਰਸਨੈਲਿਟੀਜ਼ ਦੀ ਜਿਹੜੀਆਂ ਸਪੈਸ਼ਲ ਬੁੱਕਸ ਆਉਂਦੀਆਂ ਨੇ ਉਹ ਵੀ ਰੈਫਰੈਂਸ ਸੈਕਸ਼ਨ ਦੇ ਵਿੱਚ ਹੁੰਦੀਆਂ ਨੇ। ਤੇ ਜਿਹੜਾ ਰੈਫਰੈਂਸ ਸੈਕਸ਼ਨ ਦੇ ਵਿੱਚ ਲਈਏ, ਪਹਿਲਾਂ ਕੀ ਸੀਗਾ ਕਿ ਜੇਕਰ ਆਪਾਂ ਛੋਟੀਆਂ ਲਾਇਬ੍ਰੇਰੀ ਦੀ ਗੱਲ ਕਰੀਏ ਤਾਂ ਪੀਰੀਓਡਿਕਲਸ ਨੂੰ ਵੀ ਰੈਫਰੈਂਸ ਸੈਕਸ਼ਨ ਦੇ ਵਿੱਚ ਰੱਖਿਆ ਜਾਂਦਾ ਹੈ ਔਰ ਥੀਸਿਸ ਨੂੰ ਵੀ ਜਿਹੜਾ ਰੈਫਰੈਂਸ ਸੈਕਸ਼ਨ ਦੇ ਵਿੱਚ ਰੱਖਿਆ ਜਾਂਦਾ ਹੈ। ਪਰ ਜਿਵੇਂ ਜਿਵੇਂ ਵੱਡੀਆਂ ਲਾਇਬ੍ਰੇਰੀਜ਼ ਹੁੰਦੀਆਂ ਜਾਂਦੀਆਂ ਨੇ ਤਾਂ ਹਰੇਕ ਸੈਕਸ਼ਨ ਨੂੰ ਅਲੱਗ-ਅਲੱਗ ਕਰ ਦਿੱਤਾ ਜਾਂਦਾ ਹੈ। ਤੇ ਰੈਫਰੈਂਸ ਸੈਕਸ਼ਨ ਦੇ ਵਿੱਚ ਈਅਰ ਬੁੱਕ, ਸਟੇਟਮੈਂਟ ਬੁੱਕ, ਡਿਕਸ਼ਨਰੀਜ਼, ਬਾਇਓਗ੍ਰਾਫੀਜ਼, ਬਿਬਲੀਓਗ੍ਰਾਫੀਜ਼, ਵਰਡ ਮੈਪ, ਜੀਓਗ੍ਰਾਫੀਕਲ ਜਿਹੜੇ ਵਰਡਸ ਨੇ, ਠੀਕ ਹੈ, ਉਹ ਸਾਰੀਆਂ ਜਿਹੜੀਆਂ ਵੀ ਜੀਓਗ੍ਰਾਫੀਕਲ ਜਿਹੜੇ ਰਿਲੇਟਡ ਡਾਕੂਮੈਂਟਸ ਨੇ ਉਹ ਜਿਹੜੇ ਸਾਰੇ ਰੈਫਰੈਂਸ ਸੈਕਸ਼ਨ ਦੇ ਵਿੱਚ ਰੱਖੇ ਜਾਂਦੇ ਨੇ। ਠੀਕ ਹੈ ਜੀ। ਔਰ ਬੁੱਕ ਨੂੰ ਚੂਜ਼ ਕਰਨ ਦੇ ਵਿੱਚ ਰੈਫਰੈਂਸ ਸੈਕਸ਼ਨ ਵਾਲਾ ਜਿਹੜਾ ਹੈਗਾ ਲਾਇਬ੍ਰੇਰੀਅਨ ਉਹ ਹੈਲਪ ਕਰਦਾ ਹੈ, ਕੈਟਾਲੌਗ ਨੂੰ ਯੂਜ਼ ਕਰਨ ਦੇ ਵਿੱਚ ਹੈਲਪ ਕਰਦਾ ਹੈ। ਜਿਹੜੀਆਂ ਇੰਟਰਸਟ ਥਰਡ ਜਿਹੜਾ ਆਪਾਂ ਲਿਖੀਏ ਜਿਹੜੀਆਂ ਬਿਬਲੀਓਗ੍ਰਾਫੀਜ਼ ਜਿਹੜੀਆਂ ਬਿਬਲੀਓਗ੍ਰਾਫੀਜ਼ ਨੇ, ਬਿਬਲੀਓਗ੍ਰਾਫੀਜ਼ ਦੇ ਵਿੱਚ ਜਿਹੜੀਆਂ ਇੰਟਰਸਟ ਅਕੋਰਡਿੰਗ ਟੂ देयर ਇੰਟਰਸਟ, ਜਿਹੜੀ ਅਕੋਰਡਿੰਗ ਟੂ ਉਹਨਾਂ ਦੇ ਇੰਟਰਸਟ ਹੁੰਦੀਆਂ ਨੇ ਉਹ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ ਰੈਫਰੈਂਸ ਸੈਕਸ਼ਨ ਦੇ ਥਰੂ। ਕਲੀਅਰ। ਤੇ ਜੇ ਆਪਾਂ ਹੋਰ ਗੱਲ ਕਰੀਏ ਰੈਫਰੈਂਸ ਸੈਕਸ਼ਨ ਹੋਰ ਕੀ ਕਰਦਾ, ਕਹਿੰਦੇ ਇੱਕ ਜਿਹੜਾ ਯੂਜ਼ਰ ਹੈ ਉਹ ਕੀ ਹੈ, ਯੂਜ਼ਰ ਆਪਣੀ ਇੱਕ ਸਪੈਸ਼ਲ ਡਿਮਾਂਡ ਲੈ ਕੇ ਆਉਂਦਾ ਹੈ ਕੁਐਸਚਨਸ ਦੇ ਨਾਲ ਰਿਲੇਟਡ, ਉਸ ਦੀ ਜਿਹੜੀ ਡਿਮਾਂਡ ਹੁੰਦੀ ਹੈ ਉਸ ਡਿਮਾਂਡ ਨੂੰ ਪੂਰਾ ਕਰਦਾ, ਮਤਲਬ ਉਸ ਨੂੰ ਕੁਆਇਰੀ ਦਿੰਦਾ ਉਸੇ ਹੀ ਮੂਵਮੈਂਟ ਦੇ ਉੱਤੇ। ਜਿਹੜੀ ਜੇਕਰ ਕਿਸੇ ਉਸਨੇ ਕੋਈ ਐਡਰੈਸ ਪੁੱਛਣਾ ਹੈ ਤਾਂ ਉਸ ਨੂੰ ਉਸੇ ਟਾਈਮ ਐਡਰੈਸ ਜਿਹੜਾ ਪ੍ਰੋਵਾਈਡ ਕਰਵਾਇਆ ਜਾਂਦਾ ਹੈ। ਇਹ ਰੈਫਰੈਂਸ ਸੈਕਸ਼ਨ ਦੀ ਇੱਕ ਖਾਸੀਅਤ ਹੈ, ਇੱਕ ਕੁਆਲਿਟੀ ਹੈ ਕਿ ਪੱਕੀ ਪਕਾਈ ਜਿਹੜੀ ਚੀਜ਼ ਹੈ ਉਸ ਨੂੰ ਪ੍ਰੋਵਾਈਡ ਕਰਵਾਉਂਦਾ ਹੈ। ਔਰ ਰੈਫਰੈਂਸ ਸੈਕਸ਼ਨ ਦੇ ਵਿੱਚ ਉਸ ਨੂੰ ਜਿਹੜੀ ਹੈ ਰੈਫਰੈਂਸ ਸੈਕਸ਼ਨ ਦੇ ਵਿੱਚ ਜਿਹੜੇ ਅਕੋਰਡਿੰਗ ਟੂ ਉਹਦੇ ਜਿਹੜੇ ਕੁਐਸਚਨਸ ਹੁੰਦੇ ਆ ਉਸ ਨੂੰ ਕੁਐਸਚਨਸ ਪ੍ਰੋਵਾਈਡ ਹੋ ਜਾਂਦੇ ਨੇ। ਇਸ ਤੋਂ ਇਲਾਵਾ ਇੱਕ ਖਾਸ ਜਿਹੜੀ ਖਾਸ ਆਪਾਂ ਗੱਲ ਕਰੀਏ ਤਾਂ ਰੈਫਰਲ ਸੇਵਾ ਦਿੰਦਾ ਉਹ, ਰੈਫਰਲ ਸਰਵਿਸਿਜ਼ ਹੁਣ ਰੈਫਰਲ ਸਰਵਿਸਿਜ਼ ਕੀ ਹੁੰਦੀਆਂ ਨੇ, ਇਹ ਉਹ ਸੇਵਾ ਹੁੰਦੀ ਹੈ ਕਿ ਜਦੋਂ ਸਾਡੀ ਲਾਇਬ੍ਰੇਰੀ ਦੇ ਵਿੱਚ ਜਿਹੜਾ ਮਟੀਰੀਅਲ ਨਹੀਂ ਮਿਲ ਰਿਹਾ ਹੁੰਦਾ ਤਾਂ ਉਹ ਉਸ ਪਰਸਨ ਨੂੰ ਗਾਈਡ ਕਰਦਾ ਹੈ ਕਿ ਇਹ ਮਟੀਰੀਅਲ ਤੈਨੂੰ ਕਿੱਥੋਂ ਮਿਲ ਸਕਦਾ ਹੈ, ਮਤਲਬ ਉਸ ਯੂਜ਼ਰ ਨੂੰ ਗਾਈਡ ਕਰਨਾ, ਗਾਈਡ ਟੂ ਦ ਯੂਜ਼ਰ ਹਾਊ ਟੂ ਟੇਕ देयर ਮਟੀਰੀਅਲ, ਉਹ ਕਿੱਥੋਂ ਆਪਣਾ ਜਿਹੜਾ ਹੈ ਮਟੀਰੀਅਲ ਲੈ ਸਕਦਾ ਹੈ, ਕਿਹੜੀ ਲਾਇਬ੍ਰੇਰੀ ਦੇ ਵਿੱਚੋਂ ਮਿਲ ਸਕਦਾ ਹੈ ਜਾਂ ਕਿਹੜਾ ਉਸਦਾ ਜਿਹੜਾ ਮਟੀਰੀਅਲ ਦਾ ਸੋਰਸ ਹੋਏਗਾ ਉਹ ਕਿੱਥੋਂ ਆਪਣੇ ਮਟੀਰੀਅਲ ਨੂੰ ਲੈ ਸਕਦਾ ਹੈ। ਮਤਲਬ ਉਹਦੀ ਪਹੁੰਚ ਤੱਕ ਕਰਨਾ, ਮਤਲਬ ਜਿਹੜਾ ਉਸਨੂੰ ਜਿਹੜਾ ਮਟੀਰੀਅਲ ਰਿਕੁਆਇਰਡ ਹੈ ਜਾਂ ਜਿਹੜੀ ਉਹਦੀ ਨੀਡ ਹੈ ਉਸ ਨੀਡ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਰੈਫਰੈਂਸ ਸੈਕਸ਼ਨ। ਠੀਕ ਹੈ ਬੇਟੇ, ਇਹ ਤਾਂ ਸੀਗਾ ਰੈਫਰੈਂਸ ਸੈਕਸ਼ਨ ਦੀਆਂ ਕੁਝ ਗੱਲਾਂ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਆ ਜਾਂਦਾ ਆਪਣਾ ਥੀਸਿਸ ਤੇ ਡੈਜ਼ਰਟੇਸ਼ਨ ਸੈਕਸ਼ਨ ਵੀ ਕਿਹਾ ਜਾਂਦਾ ਹੈ। ਥੀਸਿਸ ਸੈਕਸ਼ਨ ਕਹਿ ਲਓ ਚਾਹੇ ਡੈਜ਼ਰਟੇਸ਼ਨ ਸੈਕਸ਼ਨ ਕਹਿ ਲਓ। ਕਲੀਅਰ। ਥੀਸਿਸ ਜਾਂ ਇਹਨੂੰ ਡੈਜ਼ਰਟੇਸ਼ਨ ਸੈਕਸ਼ਨ ਵੀ ਕਿਹਾ ਜਾਂਦਾ ਹੈ। ਥੀਸਿਸ ਸੈਕਸ਼ਨ ਹੀ ਇਸ ਨੂੰ ਲਿਖ ਲਓ ਤੁਸੀਂ। ਕਲੀਅਰ। ਹੁਣ ਥੀਸਿਸ ਸੈਕਸ਼ਨ ਦੀ ਜੇ ਗੱਲ ਕਰੀਏ, ਥੀਸਿਸ ਸੈਕਸ਼ਨ ਦੇ ਵਿੱਚ ਕੀ ਹੁੰਦਾ ਹੈ, ਕਹਿੰਦੇ ਐਮਫਿਲ ਔਰ ਪੀਐਚਡੀ ਦੇ ਜਿਹੜੇ ਸਟੂਡੈਂਟਸ ਨੇ ਜਿਹੜੇ ਖੋਜ ਕਰਦੇ ਨੇ, ਜਿਹੜੇ ਰਿਸਰਚ ਕਰਦੇ ਨੇ, ਉਸ ਰਿਸਰਚ ਦੀ ਇੱਕ ਕਾਪੀ ਜਿਹੜੀ ਹੈ ਉਹ ਲਾਇਬ੍ਰੇਰੀ ਦੇ ਵਿੱਚ ਸਬਮਿਟ ਹੁੰਦੀ ਹੈ, ਉਹ ਲਾਇਬ੍ਰੇਰੀ ਦੇ ਵਿੱਚ ਜਮ੍ਹਾਂ ਕਰਕੇ ਰੱਖੀ ਜਾਂਦੀ ਹੈ। ਪਹਿਲਾਂ ਕਹਿੰਦੇ ਜਿਹੜੇ ਸਿੰਪਲ ਲਾਇਬ੍ਰੇਰੀਜ਼ ਹੁੰਦੀਆਂ ਨੇ, ਜਿਹੜੀਆਂ ਛੋਟੀਆਂ ਲਾਇਬ੍ਰੇਰੀਜ਼ ਹੁੰਦੀਆਂ ਨੇ, ਥੀਸਿਸ ਨੂੰ ਜਾਂ ਡੈਜ਼ਰਟੇਸ਼ਨ ਨੂੰ ਉਹਨਾਂ ਲਾਇਬ੍ਰੇਰੀ ਦੇ ਵਿੱਚ ਰੈਫਰੈਂਸ ਸੈਕਸ਼ਨ ਦੇ ਵਿੱਚ ਰੱਖਿਆ ਜਾਂਦਾ ਹੈ। ਪਰ ਜਿਵੇਂ ਜਿਵੇਂ ਕਹਿੰਦੇ ਲਾਇਬ੍ਰੇਰੀ ਦਾ ਆਕਾਰ ਜਿਹੜਾ ਵੱਧਦਾ ਜਾਂਦਾ ਹੈ, ਸਾਈਜ਼ ਜਿਹੜਾ ਹੈ ਇਨਕਰੀਜ਼ ਹੁੰਦਾ ਹੈ, ਤਾਂ ਉਸ ਦੇ ਲਈ ਰੈਫਰੈਂਸ ਸੈਕਸ਼ਨ ਤੋਂ ਇਲਾਵਾ ਇੱਕ ਅਦਰ ਸੈਕਸ਼ਨ ਬਣਾ ਲਿਆ ਜਾਂਦਾ ਹੈ। ਉਸ ਨੂੰ ਕੀ ਨਾਮ ਦਿੰਦੇ ਹਾਂ ਅਸੀਂ, ਥੀਸਿਸ ਜਾਂ ਡੈਜ਼ਰਟੇਸ਼ਨ ਸੈਕਸ਼ਨ। ਥੀਸਿਸ ਸੈਕਸ਼ਨ ਦੇ ਵਿੱਚ ਉਹ ਜਿਹੜੇ ਥੀਸਿਸ ਰੱਖੇ ਜਾਂਦੇ ਨੇ, ਉਹ ਡੈਜ਼ਰਟੇਸ਼ਨ ਰੱਖੀਆਂ ਜਾਂਦੀਆਂ ਨੇ ਜਿਹੜਾ ਇੱਕ ਰਿਸਰਚਰ
ਹੁੰਦੀਆਂ ਨੇ। ਕਹਿੰਦੇ ਜਿਹੜੀਆਂ ਹਾਈ ਲੈਵਲ ਦੀ ਯੂਨੀਵਰਸਿਟੀ ਲੈਵਲ ਦੀ ਜਿਹੜੀਆਂ ਆਪਣੀਆਂ ਲਾਇਬ੍ਰੇਰੀਜ਼ ਨੇ ਉਹਨਾਂ ਦੇ ਵਿੱਚ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਹੈ। ਔਰ ਇਹਨਾਂ ਨੂੰ ਇਸ ਦੇ ਲਈ ਸੈਕਸ਼ਨ ਦੀ ਜ਼ਰੂਰਤ ਕਿਉਂ ਪੈਂਦੀ ਹੈ? ਕਿਉਂਕਿ ਇਹ ਵੀ ਰੈਫਰੈਂਸ ਸੈਕਸ਼ਨ ਦੀ ਤਰ੍ਹਾਂ ਇਹਨਾਂ ਨੂੰ ਵੀ ਬੁੱਕਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੁੰਦੀ। ਇਹਨਾਂ ਜਿਹੜੇ ਥੀਸਿਸ ਨੂੰ ਜਿਹੜੀਆਂ ਕਾਪੀਜ਼ ਸਬਮਿਟ ਹੁੰਦੀਆਂ ਨੇ ਥੀਸਿਸ ਦੀਆਂ, ਇਹਨਾਂ ਨੂੰ ਵੀ ਜਿਹੜਾ ਹੈ ਇਸ਼ੂ ਜਾਂ ਰਿਟਰਨ ਕਰਨ ਦੀ ਇਜਾਜ਼ਤ ਨਹੀਂ ਹੁੰਦੀ, ਆਗਿਆ ਨਹੀਂ ਹੁੰਦੀ। ਤੇ ਦੈਟਸ ਵਾਈ ਇਹ ਅਲੱਗ ਸੈਕਸ਼ਨ ਬਣਾਇਆ ਜਾਂਦਾ ਹੈ, ਕਿਉਂਕਿ ਡੇ ਬਾਈ ਡੇ ਡਿਵੈਲਪਮੈਂਟ ਹੋ ਰਹੀ ਹੈ। ਡਿਵੈਲਪਮੈਂਟ ਦੇ ਨਾਲ ਨਵੀਆਂ ਰਿਸਰਚਸ ਹੋ ਰਹੀਆਂ ਨੇ, ਤਾਂ ਰਿਸਰਚਸ ਨੂੰ ਰੈਫਰੈਂਸ ਸੈਕਸ਼ਨ ਦੇ ਵਿੱਚ ਰੱਖਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਰੈਫਰੈਂਸ ਸੈਕਸ਼ਨ ਦੇ ਵਿੱਚ ਆਲਰੇਡੀ ਮਟੀਰੀਅਲ ਹੁੰਦਾ ਹੈ। ਤੇ ਇਹਨਾਂ ਦੀ ਅੱਜ ਦੀ ਟਾਈਮ ਦੇ ਵਿੱਚ ਜਿਹੜਾ ਇੰਨਾ ਜ਼ਿਆਦਾ ਭੰਡਾਰ ਹੈ, ਇੰਨਾ ਜ਼ਿਆਦਾ ਹੋਣ ਕਰਕੇ, ਇਹਨਾਂ ਦੀ ਮਾਤਰਾ ਵੱਧ ਹੋਣ ਕਰਕੇ ਇਹਨਾਂ ਦਾ ਇੱਕ ਸਪੈਸ਼ਲ ਸੈਕਸ਼ਨ ਬਣਾ ਲਿਆ ਜਾਂਦਾ ਹੈ। ਠੀਕ ਹੈ ਜੀ। ਨੈਕਸਟ ਸੈਕਸ਼ਨ ਆਪਣਾ ਆ ਜਾਂਦਾ ਹੈ ਐਡਮਿਨਿਸਟ੍ਰੇਸ਼ਨ ਐਂਡ ਫਾਈਨਾਂਸ ਸੈਕਸ਼ਨ। ਨੈਕਸਟ ਸੈਕਸ਼ਨ ਹੈ ਆਪਣਾ ਐਡਮਿਨਿਸਟ੍ਰੇਸ਼ਨ and finance section. Clear? ਹੁਣ ਐਡਮਿਨਿਸਟ੍ਰੇਸ਼ਨ ਐਂਡ ਫਾਈਨਾਂਸ ਸੈਕਸ਼ਨ ਕੀ ਹੈ? ਕਹਿੰਦੇ ਕਿਸੇ ਵੀ ਇੰਸਟੀਚਿਊਟ ਨੂੰ ਜਾਂ ਕਿਸੇ ਵੀ ਚੀਜ਼ ਨੂੰ ਚਲਾਉਣ ਲਈ ਉਸ ਦੇ ਪ੍ਰਬੰਧਕੀ ਢਾਂਚੇ ਦਾ ਵਧੀਆ ਹੋਣਾ ਜ਼ਰੂਰੀ ਹੈ। ਜੇ ਕਿਸੇ ਚੀਜ਼ ਦਾ ਪ੍ਰਬੰਧਕੀ ਢਾਂਚਾ ਹੀ ਵਧੀਆ ਨਹੀਂ ਹੋਏਗਾ ਤਾਂ ਅਸੀਂ ਕੀ ਸੋਚਾਂਗੇ ਕਿ ਉਹ ਜਿਹੜਾ ਇੰਸਟੀਚਿਊਟ ਹੈ ਉਹ ਕਦੇ ਵੀ ਜਿਹੜਾ ਹੈ ਸਕਸੈਸਫੁਲ ਨਹੀਂ ਹੋ ਸਕਦਾ, ਕਦੇ ਵੀ ਫੇਮਸ ਨਹੀਂ ਹੋ ਸਕਦਾ। ਇਸ ਲਈ ਕਿਸੇ ਵੀ ਸੰਸਥਾ ਦੇ ਲਗਾ ਲਓ ਜਾਂ ਕਿਸੇ ਲਾਇਬ੍ਰੇਰੀ ਦਾ ਲਗਾ ਲਓ ਜਾਂ ਸੁਸਾਇਟੀ ਦਾ ਲਗਾ ਲਓ ਜਾਂ ਕਿਸੇ ਹੋਮ ਦਾ ਲਗਾ ਲਓ ਜਾਂ ਕਿਸੇ ਕੰਟਰੀ ਦਾ ਲਗਾ ਲਓ, ਕਿਸੇ ਵੀ ਚੀਜ਼ ਦੀ ਜੇਕਰ ਐਡਮਿਨਿਸਟ੍ਰੇਸ਼ਨ ਬੈਸਟ ਹੈ then it will be best, ਜਿਹੜੀ ਉਹ ਚੀਜ਼ ਵੀ ਬੈਸਟ ਹੋਏਗੀ। ਇਸ ਲਈ ਕਹਿੰਦੇ ਪ੍ਰਬੰਧਕੀ ਢਾਂਚੇ ਦਾ ਪਤਾ ਕਿੱਥੋਂ ਲੱਗਦਾ ਹੈ ਕਿ ਇੱਕ ਦਾ ਦੂਸਰੇ ਨਾਲ ਕਿਹੋ ਜਿਹਾ ਤਾਲਮੇਲ ਹੈ। ਐਡਮਿਨਿਸਟ੍ਰੇਸ਼ਨ ਦੇ ਵਿੱਚ ਕੀ ਆਉਂਦਾ ਹੈ? ਕਹਿੰਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਸ ਜਗ੍ਹਾ ਦੀ ਬਿਲਡਿੰਗ ਤੋਂ ਲੈ ਕੇ, ਬਜਟ ਤੋਂ ਲੈ ਕੇ, ਸਟਾਫ ਨੂੰ ਰਿਕਰੂਟ ਕਰਕੇ ਸਟਾਫ ਦੀਆਂ ਸੈਲਰੀਜ਼ ਦੇਣ ਤੱਕ, ਸਟਾਫ ਦਾ ਸਾਰਾ ਬਾਇਓਡਾਟਾ ਰੱਖਣ ਦੇ ਵਿੱਚ ਐਡਮਿਨਿਸਟ੍ਰੇਸ਼ਨ ਲਾਉਣ ਦੇ ਵਿੱਚ ਆਉਂਦਾ। ਜਿੰਨਾ ਵੀ ਪ੍ਰਬੰਧਕੀ ਢਾਂਚਾ ਹੈ ਜਾਂ ਆਪਸ ਦੇ ਵਿੱਚ ਉਹਨਾਂ ਦੀ ਕੀ ਕੋਆਰਡੀਨੇਸ਼ਨ ਹੈ, ਉਹ ਸਾਰਾ ਕੁਝ ਐਡਮਿਨਿਸਟ੍ਰੇਸ਼ਨ ਐਂਡ ਫਾਈਨਾਂਸ ਸੈਕਸ਼ਨ ਦੇ ਵਿੱਚ ਆਉਂਦਾ ਹੈ। ਹੁਣ ਜਿਹੜਾ ਫਾਈਨਾਂਸ ਸੈਕਸ਼ਨ ਹੈ ਉਹ ਕਿਸ ਸੈਕਸ਼ਨ ਨਾਲ ਜ਼ਿਆਦਾ ਡੀਲ ਕਰਦਾ? ਸਾਰੇ ਸੈਕਸ਼ਨ ਨਾਲ ਵੈਸੇ ਡੀਲਿੰਗ ਹੁੰਦੀ ਹੈ। ਜਿਵੇਂ ਮੈਂ ਦੱਸਿਆ ਬੁੱਕਸ ਨੂੰ ਪਰਚੇਸ ਕਰਨ ਤੋਂ ਲੈ ਕੇ ਫਿਰ ਉਸ ਤੋਂ ਬਾਅਦ ਸਟਾਫ ਨੂੰ ਰਿਕਰੂਟ ਕਰਨ ਦੇ ਲਈ ਜਾਂ ਬਿਲਡਿੰਗ ਬਣਾਉਣ ਦੇ ਲਈ ਜਾਂ ਇਨਫਰਾਸਟ੍ਰਕਚਰ ਲੈਣ ਦੇ ਲਈ ਜਾਂ ਆਪਣੇ ਫਰਨੀਚਰਸ ਨੂੰ ਲੈਣ ਦੇ ਲਈ ਜਾਂ ਸਟਾਫ ਦੀ ਸੈਲਰੀ ਦੇਣ ਲਈ ਜਾਂ ਏਟੀਐਮ ਬਣਾਉਣ ਦੇ ਲਈ ਜਾਂ ਕੋਈ ਬਜਟ ਸੇਵ ਕਰਕੇ ਰੱਖਣ ਦੇ ਲਈ ਜਾਂ ਹੋਰ ਜਿੰਨੀਆਂ ਵੀ ਸਿਕਿਉਰਿਟੀਜ਼ ਕਰਨੀਆਂ ਨੇ, ਉਹਨਾਂ ਸਿਕਿਉਰਿਟੀਜ਼ ਦੇ ਲਈ ਜੋ ਵੀ ਜਿੰਨਾ ਵੀ ਕੰਮ ਹੁੰਦਾ ਉਹ ਕੀ ਕਰਦਾ ਹੈ? ਫਾਈਨਾਂਸ ਸੈਕਸ਼ਨ ਜਿਹੜਾ ਹੈ, ਐਡਮਿਨਿਸਟ੍ਰੇਸ਼ਨ ਸੈਕਸ਼ਨ ਹੀ ਇਹ ਜਿਹਾ ਹੈ ਜਿਹੜਾ ਪਾਲਿਸੀਜ਼ ਐਂਡ ਪਲੈਨਿੰਗ ਬਣਾਉਂਦਾ ਹੈ ਈਚ ਐਂਡ ਐਵਰੀਥਿੰਗ ਦੀ। ਇਸ ਦੇ ਦੁਆਰਾ ਹੀ ਪਾਲਿਸੀ ਬਣਾਈ ਜਾਂਦੀ ਹੈ, ਇਸ ਦੇ ਦੁਆਰਾ ਹੀ ਹਰੇਕ ਚੀਜ਼ ਦੀ ਪਲੈਨਿੰਗ ਕੀਤੀ ਜਾਂਦੀ ਹੈ, ਕਿਉਂਕਿ ਅਕੋਰਡਿੰਗ ਟੂ ਬਜਟ ਹੀ ਜਿਹੜਾ ਸਾਡਾ ਬਜਟ ਹੈ, ਅਕੋਰਡਿੰਗ ਟੂ ਬਜਟ ਹੀ ਜਿਹੜੀ ਸਾਡਾ ਫਾਈਨਾਂਸ ਸੈਕਸ਼ਨ ਚੱਲਦਾ। ਜਦੋਂ ਫਾਈਨਾਂਸ ਸੈਕਸ਼ਨ ਉਹਦੇ ਅਕੋਰਡਿੰਗਲੀ ਚੱਲਦਾ ਹੈ ਤਾਂ ਬਜਟ ਦੇ ਹਿਸਾਬ ਨਾਲ ਇਸ ਜਿਹੜੀ ਲਾਇਬ੍ਰੇਰੀ ਦੀ ਮੇਨਟੇਨੈਂਸ ਕਰਦੇ ਹਾਂ। ਉਸ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਬਲਾਕ ਹੈ, ਐਡਮਿਨਿਸਟ੍ਰੇਸ਼ਨ ਸੈਕਸ਼ਨ ਹੈ, ਉਹ ਸਾਰਾ ਕੁਝ ਅਕੋਰਡਿੰਗ ਟੂ ਫਾਈਨਾਂਸ ਜਿਹੜਾ ਹੈ ਕੰਮ ਕਰਦਾ ਹੈ। ਤੇ ਇਹ ਜ਼ਰੂਰੀ ਵੀ ਹੈ ਕਿ ਜੇ ਕਿਸੇ ਜਗ੍ਹਾ ਦਾ ਪ੍ਰਬੰਧ ਅੱਛਾ ਹੋਏਗਾ ਤਾਂ ਹੀ ਜਿਹੜੀ ਉਸ ਦੇ ਯੂਜ਼ਰਸ ਨੇ ਜਾਂ ਉੱਥੋਂ ਦੀ ਜਿਹੜੀ ਹੈ ਫੇਮਸਨੈਸ ਹੈ ਉਹ ਵਧੇਗੀ। ਠੀਕ ਹੈ ਜੀ। ਇਸ ਤੋਂ ਬਾਅਦ ਜਿਹੜਾ ਅਗਲਾ ਸੈਕਸ਼ਨ ਗੱਲ ਕਰੀਏ, ਆਪਣਾ ਅਗਲਾ ਸੈਕਸ਼ਨ ਹੈ ਬਾਈਂਡਿੰਗ ਸੈਕਸ਼ਨ। अगला सेक्शन अपना है बाइंडिंग सेक्शन। बाइंडिंग सेक्शन ਹੁਣ ਬਾਈਂਡਿੰਗ ਸੈਕਸ਼ਨ ਕੀ ਹੈ ਬੇਟੇ? ਬਾਈਂਡਿੰਗ ਸੈਕਸ਼ਨ ਦੀ ਜੇ ਗੱਲ ਕਰੀਏ, ਜਿਵੇਂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਇੱਕ ਲੈਕਚਰ ਦੇ ਵਿੱਚ ਕਿ ਜਦੋਂ ਬੁੱਕਸ ਆਉਂਦੀਆਂ ਨੇ ਜਾਂ ਤਾਂ ਉਸ ਸਮੇਂ ਸਾਨੂੰ ਜਿਹੜੀ ਆ ਬੁੱਕਸ ਦੇ ਵਿੱਚ ਬੁੱਕਸ ਦੀ ਬਾਈਂਡਿੰਗ ਕਰਾਉਣ ਦੀ ਜ਼ਰੂਰਤ ਪੈਂਦੀ ਹੈ, ਜਾਂ ਕਹਿੰਦੇ ਬੁੱਕਸ ਦੇ ਵਿੱਚ ਜੇ ਕੋਈ ਪੇਜ ਫਟ ਜਾਂਦਾ ਹੈ ਜਾਂ ਬੁੱਕ ਦਾ ਕਵਰ ਪੇਜ ਫਟ ਜਾਂਦਾ ਹੈ ਤਦ ਵੀ ਸਾਨੂੰ ਜਿਹੜੀ ਆ ਬੁੱਕ ਨੂੰ ਬਾਈਂਡਿੰਗ ਕਰਾਉਣ ਦੀ ਲੋੜ ਪੈਂਦੀ ਹੈ। ਯਾਨੀ ਕਿ ਬੁੱਕ ਦੀ ਲਾਈਫ ਨੂੰ ਵਧਾਉਣ ਲਈ, ਇੱਕ ਬੁੱਕ ਦੀ ਲਾਈਫ ਨੂੰ ਵਧਾਉਣ ਦੇ ਲਈ, ਇੱਕ ਬੁੱਕ ਦੇ ਵੀ ਜਿਹੜਾ ਉਹ ਲੰਬੇ ਸਮੇਂ ਤੱਕ ਜਿਹੜੀ ਆ ਉਹ ਬੁੱਕ ਕੰਮ ਕਰੇ, ਲੰਬੇ ਸਮੇਂ ਤੱਕ ਜਿਹੜੀ ਆ ਯੂਜ਼ਸ ਦੇ ਵਿੱਚ ਆਵੇ,
ही जिहड़ा है ये काम कर दिता जाता, बाइंडिंग कर दी जाती है। बट जिवें ही लाइब्रेरीज वड्डियां हो जांदियां ने तो उसका एक सैक्शन अलग बन जाता है, उसका एक बाइंडिंग सैक्शन बन जाता है। नंबर एक वो बुक्स दित्तियां जांदियां ने जिहड़ियां कि मतलब जिन्हां दी आपां कह दिंदे आ जिन्हां दी फट जांदियां ने या जिन्हां दा कवर पेज चला जाता है या लाइफ नूं वधाउण दे लई, एक बुक दी लाइफ नूं वधाउण दे लई, ठीक है जी, जड़ियां बाइंडिंग की जाती है। सेकेंडरी बाइंडिंग किन्हां दी हुंदी है, जेड़े वॉल्यूम टू बाइंड कंप्लीट, टू बाइंड द कंप्लीट वॉल्यूम, ठीक है, कंप्लीट वॉल्यूम ऑफ periodicals, और जर्नल्स कह लो चाहे, क्लियर। ਹੁਣ ਕਹਿੰਦੇ periodicals ਤੇ journals ਦੀ ਜਿਹੜੀ ਕੰਪਲੀਟ ਵੋਲੀਅਮ ਨੂੰ ਬਣਾਉਣ ਦੇ ਲਈ ਵੀ ਬਾਈਂਡਿੰਗ ਸੈਕਸ਼ਨ ਦੀ ਲੋੜ ਪੈਂਦੀ ਹੈ, ਕਿਉਂਕਿ ਜਦੋਂ ਜਿਵੇਂ ਜਿਵੇਂ ਜਿਹੜਾ ਲਾਇਬ੍ਰੇਰੀਜ਼ ਆਕਾਰ ਵਧਦਾ ਜਾਂਦਾ ਹੈ, ਲਾਇਬ੍ਰੇਰੀ ਦਾ ਸਾਈਜ਼ ਵਧਦਾ ਜਾਂਦਾ ਹੈ, ਤਾਂ ਉਸੇ ਤਰੀਕੇ ਨਾਲ ਜਿਹੜੇ ਸੈਕਸ਼ਨ ਵੀ ਵਧਦੇ ਜਾਂਦੇ ਨੇ। ਲਾਇਬ੍ਰੇਰੀ 'ਚ ਕੰਮ ਕਰਨ ਵਾਲੇ ਡਿਪਾਰਟਮੈਂਟਸ ਅਲੱਗ-ਅਲੱਗ ਹੋ ਜਾਂਦੇ ਨੇ। ਉਸ ਦੇ ਲਈ ਕਹਿੰਦੇ ਜਿਵੇਂ periodicals ਦੀ ਉਹਨਾਂ ਦੀ ਡਿਮਾਂਡ ਜ਼ਿਆਦਾ ਹੁੰਦੀ ਹੈ ਤਾਂ ਉਹਨਾਂ periodicals ਦੇ ਵੋਲੀਅਮ ਜਦੋਂ ਕੰਪਲੀਟ ਹੋ ਜਾਂਦੇ ਨੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਬਾਈਂਡ ਕਰਕੇ ਰੱਖਣ ਦੇ ਲਈ ਵੀ ਕੀ ਹੈ ਬਾਈंडिंग सेक्शन ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਤੇ ਇਸ ਕਰਕੇ ਬਾਈंडिंग ਸੈਕਸ਼ਨ ਦਾ ਵੀ ਕੀ ਕੰਮ ਹੋ ਜਾਂਦਾ ਹੈ ਕਿ ਬੁੱਕਸ ਦੀ ਜਿਹੜੇ ਬੁੱਕਸ ਡੇਲੀ ਯੂਜ਼ਸ ਦੇ ਵਿੱਚ ਆ ਰਹੀਆਂ ਨੇ ਉਹਨਾਂ ਦੀ ਲਾਈਫ ਨੂੰ ਵਧਾਉਣ ਦੇ ਲਈ ਬਾਈਂਡ ਕਰਨਾ, ਔਰ ਸੈਕੰਡਲੀ ਜਿਹੜਾ ਹੈ ਵੋਲੀਅਮ ਨੂੰ ਕੰਪਲੀਟ ਕਰਨ ਦੇ ਵਿੱਚ ਵੀ ਬਾਈਂਡਿੰਗ ਕਰਕੇ ਰੱਖਣਾ। ਇਹ ਤਾਂ ਸੀ ਬੇਟੇ ਬਾਈਂਡਿੰਗ ਸੈਕਸ਼ਨ ਦੀ ਡਿਊਟੀ। ਨੈਕਸਟ ਆ ਜਾਂਦੀ ਹੈ ਆਪਣੀ ਰੈਪਰੋਗ੍ਰਾਫੀ, ਰੈਪਰੋਗ੍ਰਾਫੀ ਸੈਕਸ਼ਨ। ਹੁਣ ਰੈਪਰੋਗ੍ਰਾਫੀ ਸੈਕਸ਼ਨ ਕੀ ਹੈ, ਰੈਪਰੋਗ੍ਰਾਫੀ ਸੈਕਸ਼ਨ। ਹੁਣ ਰੈਪਰੋਗ੍ਰਾਫੀ ਦੇ ਵਿੱਚ ਇਹ ਗੱਲ ਕਰੀਏ ਬੇਟੇ ਤਾਂ ਉਸ ਦੇ ਵਿੱਚ ਆ ਜਾਂਦਾ ਆਪਣਾ ਉਸ ਦੀ ਫੋਟੋਕਾਪੀ। ਇੱਥੇ ਕੀ ਗੱਲ ਕਰੀ ਜਾਂਦੀ ਹੈ, ਫੋਟੋਕਾਪੀਜ਼ ਦੀ। ਕਹਿੰਦੇ ਇਸ ਸੈਕਸ਼ਨ ਦੀ ਸਾਨੂੰ ਲੋੜ ਕਿਉਂ ਪਈ, ਇਸ ਸੈਕਸ਼ਨ ਦੀ ਲੋੜ ਇਸ ਲਈ ਪਈ ਕਿਉਂਕਿ ਜਿਹੜਾ ਇੱਕ ਰਿਸਰਚ ਕਰਨ ਵਾਲਾ ਹੈ, ਜਿਵੇਂ ਥੀਸਿਸ ਹੋ ਗਏ ਜਾਂ ਰੈਫਰੈਂਸ ਬੁੱਕਸ ਹੋ ਗਈਆਂ, ਉਸ ਨੂੰ ਇਸ਼ੂ ਹੋਣ ਦੀ ਇਜਾਜ਼ਤ ਨਹੀਂ ਹੈ, ਮਤਲਬ ਉਹ ਇਸ਼ੂ ਨਹੀਂ ਹੁੰਦੀਆਂ। ਤਾਂ ਉਹ ਇਸ਼ੂ ਨਾ ਹੋਣ ਕਰਕੇ ਉਸਦੇ ਵਿੱਚ ਜਿਹੜਾ ਇੱਕ ਜ਼ਰੂਰੀ ਮਟੀਰੀਅਲ ਹੈ, ਇੱਕ ਨੀਡਡ ਮਟੀਰੀਅਲ ਹੈ ਜਿਹੜਾ ਉਸਨੂੰ ਯੂਜ਼ਰ ਨੂੰ ਚਾਹੀਦਾ ਹੈ, ਤਾਂ ਅਕੋਰਡਿੰਗ ਟੂ ਹਿਸ ਨੀਡ ਉਹਨੂੰ ਜ਼ਰੂਰਤ ਹੈ, ਤਾਂ ਉਹ ਕੀ ਕਰੇਗਾ ਫੋਟੋਕਾਪੀ ਕਰਵਾ ਕੇ ਉੱਥੋਂ ਦੀ ਉਹ ਲੈ ਜਾਏਗਾ। ਸੈਕੰਡਰੀ ਕੰਡੀਸ਼ਨ ਕਿਉਂ ਲੋੜ ਪੈਂਦੀ ਹੈ ਰੈਪਰੋਗ੍ਰਾਫੀ ਦੀ, ਇਹਦੀ ਸੈਕੰਡ ਰੈਫਰਿੰਗ ਇਹਦਾ ਫੰਕਸ਼ਨ ਕੀ ਹੈ, ਸੈਕੰਡ ਦੀ ਲੋੜ ਵੀ ਉਸੇ ਕਰਕੇ ਹੈ ਤੇ ਇਹਦਾ ਕੰਮ ਵੀ ਉਹੀ ਹੈ। ਉਸਦਾ ਕੰਮ ਕੀ ਹੈ ਕਿ ਜਿਹੜਾ ਇੱਕ ਯੂਜ਼ਰ ਹੈ ਇੱਕ ਐਟ ਏ ਟਾਈਮ ਉਹ ਇੱਕ ਲਿਮਿਟਡ ਬੁੱਕਸ ਜਿਹੜੀਆਂ ਨੇ ਉਹ ਇਸ਼ੂ ਕਰਵਾ ਸਕਦਾ ਹੈ, ਉਹ ਲੋੜ ਤੋਂ ਵੱਧ ਜਿਹੜੀਆਂ ਬੁੱਕਸ ਆ ਇਸ਼ੂ ਨਹੀਂ ਕਰਵਾ ਸਕਦਾ। ਅਕੋਰਡਿੰਗ ਟੂ ਦਿਸ ਰੂਲ, ਜਿਹੜੇ ਇਸ ਰੂਲ ਦੇ ਅਕੋਰਡਿੰਗਲੀ ਜਿਹੜੀਆਂ ਬੁੱਕਸ ਇਸ਼ੂ ਕਰਵਾ ਲੈਂਦਾ ਹੈ, ਪਰ ਉਸਦੇ ਕੋਲੇ ਜਿਹੜਾ ਮਟੀਰੀਅਲ ਆ ਉਸਨੂੰ ਹੋਰ ਰੈਫਰੈਂਸ ਸੈਕਸ਼ਨ ਦੇ ਵਿੱਚ ਪਸੰਦ ਆ ਜਾਂਦਾ ਹੈ, ਕਿਸੇ ਹੋਰ ਬੁੱਕ ਦੇ ਵਿੱਚ ਪਸੰਦ ਆ ਜਾਂਦਾ ਹੈ, ਤਾਂ ਉਸਦੇ ਲਈ ਇਹ ਹੋ ਜਾਂਦਾ ਕਿ ਉਹ ਬੁੱਕ ਇਸ਼ੂ ਕਰਵਾ ਕੇ ਪਹਿਲਾਂ ਉਸਦੀ ਫੋਟੋਕਾਪੀ ਕਰਾ ਕੇ ਉਸ ਬੁੱਕ ਨੂੰ ਰਿਟਰਨ ਕਰਨਾ ਵੇ। ਉਸਦੇ ਵਿੱਚ ਕੀ ਹੋ ਜਾਂਦਾ, ਉਸਦਾ ਵੇਸਟ ਆਫ ਟਾਈਮ ਹੈ, ਵੇਸਟੇਜ ਆਫ ਟਾਈਮ ਹੈ ਇੱਕ ਯੂਜ਼ਰ ਦਾ। ਤਾਂ ਉਸ ਵੇਸਟੇਜ ਆਫ ਟਾਈਮ ਨੂੰ ਰੋਕਣ ਦੇ ਲਈ ਉਹ ਕੀ ਕਰਦੇ ਨੇ, ਜਿਹੜਾ ਹੈ ਰੈਪਰੋਗ੍ਰਾਫੀ ਸੈਕਸ਼ਨ ਦੀ ਹੈਲਪ ਲੈ ਕੇ ਫੋਟੋਕਾਪੀਜ਼ ਕਰਵਾ ਕੇ ਪਰਸਨ ਜਿਹੜਾ ਹੈ ਉਹ ਚਲਾ ਜਾਂਦਾ ਹੈ। ਉਸੇ ਇਸ ਦੇ ਨਾਲ ਕੀ ਹੁੰਦਾ ਹੈ, ਸੇਵ ਦਾ ਟਾਈਮ ਐਂਡ ਸੇਵ ਦਾ એનર્ਜੀ ਆਫ ਯੂਜ਼ਰ ਦੀ એનર્ਜੀ ਨੂੰ ਵੀ ਸੇਵ ਕਰਨਾ ਤੇ ਉਸਦੇ ਟਾਈਮਿੰਗ ਨੂੰ ਸੇਵ ਕਰਨਾ, ਜਿਹੜਾ ਕਿ ਇਹ ਸਪੈਸ਼ਲੀ ਲਾਅ ਹੈ, ਫੰਡਾਮੈਂਟਲ ਲਾਅ ਦੇ ਵਿੱਚ ਆਉਂਦਾ, ਜਿਹੜਾ ਆਪਣਾ ਲਾਇਬ੍ਰੇਰੀ ਦੇ ਲਾਅਸ ਨੇ 5 ਲਾਅਸ ਨੇ, ਉਹਨਾਂ ਦੇ ਵਿੱਚ ਕੀ ਇਹ ਲਾਅ ਹੈ। ਉਸ ਲਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਰੈਪਰੋਗ੍ਰਾਫੀ ਸੈਕਸ਼ਨ ਦੀ ਜਿਹੜੀ ਹੈ ਐਸਟੈਬਲਿਸ਼ਮੈਂਟ ਕੀਤੀ ਜਾਂਦੀ ਹੈ, ਰੈਪਰੋਗ੍ਰਾਫੀ ਸੈਕਸ਼ਨ ਜਿਹੜਾ ਹੈ ਬਣਾਇਆ ਜਾਂਦਾ ਹੈ ਕਿ ਤਾਂ ਜੋ ਇੱਕ ਜਿਹੜਾ ਯੂਜ਼ਰ ਹੈ ਉਹ ਬੁੱਕਸ ਦੇ ਵਿੱਚ ਜਿਹੜਾ ਮਟੀਰੀਅਲ ਉਸਨੂੰ ਚਾਹੀਦਾ ਹੈ, 1 ਜਾਂ 2 ਪੇਜਿਸ ਉਹਦੀ ਇਨਫੋਰਮੇਸ਼ਨ ਜਿਹੜੀ ਉਸਨੂੰ ਜ਼ਰੂਰਤ ਹੈ ਉਸਨੂੰ ਉਹਦੇ ਲਈ ਪਹਿਲਾਂ ਇਸ਼ੂ ਕਰਵਾ ਕੇ ਫੋਟੋਕਾਪੀ ਕਰਕੇ ਫਿਰ ਵਾਪਸ ਨਾ ਦੇ ਕੇ ਜਾਣਾ ਪਵੇ, ਬਲਕਿ ਉਹ ਉੱਥੇ ਹੀ ਜਿਹੜਾ ਹੈ ਉਸੇ ਹੀ ਸਮੇਂ ਜਿਹੜਾ ਹੈ ਲਾਇਬ੍ਰੇਰੀ ਦੇ ਵਿੱਚੋਂ ਦੀ ਲੈ ਸਕੇ। ਤਾਂ ਇਹ ਜਿਹੜਾ ਸੈਕਸ਼ਨ ਹੈ ਇਸ ਤਰੀਕੇ ਨਾਲ ਲਾਇਬ੍ਰੇਰੀ ਦੇ ਵਿੱਚ ਕੰਮ ਕਰਦਾ ਹੈ। ਨੈਕਸਟ ਆ ਜਾਂਦਾ ਬੇਟੇ ਆਪਣਾ ਟ੍ਰਾਂਸਲੇਸ਼ਨ ਸੈਕਸ਼ਨ। ਨੈਕਸਟ ਸੈਕਸ਼ਨ ਆਪਣਾ ਆ ਜਾਂਦਾ ਹੈ ਟ੍ਰਾਂਸਲੇਸ਼ਨ ਸੈਕਸ਼ਨ।
ਵਿੱਚ ਮੌਜੂਦ ਨਹੀਂ ਹੁੰਦਾ, ਬਹੁਤ ਹੀ ਰੇਅਰ ਮਾਤਰਾ ਦੇ ਵਿੱਚ ਜਿਹੜਾ ਇਹ ਸੈਕਸ਼ਨ ਪਾਇਆ ਜਾਂਦਾ ਹੈ, ਕਿਉਂਕਿ ਇਹ ਸਿਰਫ ਸੈਕਸ਼ਨ ਉਹਨਾਂ ਦੇ ਲਈ ਹੁੰਦਾ ਹੈ ਜਿਹੜੇ ਰਿਸਰਚਰ, ਜਿਹੜੇ ਖੋਜਾਰਥੀ ਜਿਹੜੇ ਨੇ ਕਿਸੇ ਸਟੇਟ ਦੀ ਸਪੈਸ਼ਲ ਲੋਕਲ ਲੈਂਗੁਏਜ ਨੂੰ ਜਾਂ ਉੱਥੇ ਦੇ ਸਾਹਿਤ ਨੂੰ ਟ੍ਰਾਂਸਲੇਸ਼ਨ ਕਰਕੇ ਵਰਤਣਾ ਚਾਹੁੰਦੇ, ਯਾਨੀ ਕਿ ਉਹਨਾਂ ਦੀ ਖੋਜ ਦਾ, ਉਹਨਾਂ ਦੀ ਰਿਸਰਚ ਦਾ ਇੱਕ ਹਿੱਸਾ ਹੁੰਦਾ ਹੈ। ਕਿਹੜਾ ਹਿੱਸਾ ਹੁੰਦਾ ਹੈ? ਜਿਸ ਦੇ ਵਿੱਚ ਉੱਥੇ ਦੇ ਲੋਕਲ ਜਾਣਕਾਰੀ ਉਹਨਾਂ ਨੂੰ ਚਾਹੀਦੀ ਹੈ, ਲੋਕਲ ਲੈਵਲ ਦੀ ਜਿਹੜੀ ਉਹਨਾਂ ਨੂੰ ਜਿਹੜੀ ਜਾਣਕਾਰੀ ਚਾਹੀਦੀ ਹੈ, ਜਾਂ ਉਸ ਲੋਕਲ ਲੈਵਲ ਦਾ ਜਿਹੜਾ ਸਾਹਿਤ ਹੈ ਉਸ ਨੂੰ ਚਾਹੀਦਾ ਹੁੰਦਾ ਹੈ, ਕਲਚਰ ਨਾਲ ਰਿਲੇਟਡ ਜਿਹੜਾ ਉਹਨਾਂ ਨੂੰ ਪ੍ਰੋਗਰਾਮ ਚਾਹੀਦੇ ਹੁੰਦੇ ਨੇ। ਤਾਂ ਇੱਕ ਜਿਹੜਾ ਲਾਇਬ੍ਰੇਰੀ ਹੈ ਉਹ ਕੀ ਕਰਦੀ ਹੈ? ਟ੍ਰਾਂਸਲੇਸ਼ਨ ਸੈਕਸ਼ਨ ਜਿਹੜਾ ਹੈ, ਉਸ ਟ੍ਰਾਂਸਲੇਸ਼ਨ ਸੈਕਸ਼ਨ ਦੇ ਦੁਆਰਾ ਉਸ ਨੂੰ ਟ੍ਰਾਂਸਲੇਸ਼ਨ ਕਰਕੇ, ਉਸ ਮਟੀਰੀਅਲ ਨੂੰ ਟ੍ਰਾਂਸਲੇਟ ਕਰਕੇ ਉਸ ਯੂਜ਼ਰ ਤੱਕ ਪਹੁੰਚਾਉਣ ਦਾ ਜਿਹੜਾ ਹੈ ਉਹ ਕੰਮ ਕਰਦਾ ਹੈ। ਇਹ ਟ੍ਰਾਂਸਲੇਸ਼ਨ ਸੈਕਸ਼ਨ ਬੜਾ ਹੀ ਕੋਸਟਲੀ ਤੌਰ ਤੇ ਹੁੰਦਾ ਹੈ, ਇਸ ਦੀ ਕੋਸਟ ਵੀ ਬਹੁਤ ਜ਼ਿਆਦਾ ਪੈਂਦੀ ਹੈ। ਇਸ ਦੇ ਲਈ ਜਿਹੜੇ ਟ੍ਰਾਂਸਲੇਟਰਸ ਪ੍ਰੋਵਾਈਡ ਕਰਵਾਏ ਜਾਂਦੇ ਨੇ ਉਹਨਾਂ ਦੀ ਕੋਸਟ ਕਾਫੀ ਹੁੰਦੀ ਹੈ, ਕਾਫੀ ਕੋਸਟਲੀ ਹੁੰਦੇ ਨੇ ਉਹ ਟ੍ਰਾਂਸਲੇਟਰਸ। ਤਾਂ ਇਸ ਕਰਕੇ ਕਿਹਾ ਜਾਂਦਾ ਹੈ ਜਿਹੜਾ ਇਹ ਸੈਕਸ਼ਨ ਹੈ ਕਿਸੇ ਯੂਨੀਵਰਸਿਟੀ ਦੇ ਵਿੱਚ ਹੀ ਪ੍ਰੋਵਾਈਡ ਹੁੰਦਾ, ਹਰੇਕ ਯੂਨੀਵਰਸਿਟੀ ਦੇ ਵਿੱਚ ਇਹ ਸਾਨੂੰ ਦੇਖਣ ਵਿੱਚ ਨਹੀਂ ਮਿਲਦਾ। ਪਰ ਇਹ ਸੈਕਸ਼ਨ ਜਿਹੜਾ ਹੈ ਬਹੁਤ ਹੀ ਅਹਿਮ ਰੋਲ ਵੀ ਨਿਭਾਉਂਦਾ ਜਿਹੜੀ ਯੂਨੀਵਰਸਿਟੀ ਦੇ ਵਿੱਚ ਹੁੰਦੀਆਂ ਨੇ, ਕਿਉਂਕਿ ਜਿਵੇਂ ਸਾਇੰਸ ਦੇ ਨਾਲ ਰਿਲੇਟਡ ਕੁਝ ਟਰਮਸ ਨੇ ਉਹਨਾਂ ਨੂੰ ਨਹੀਂ ਚੇਂਜ ਕਰ ਸਕਦੇ, ਤਾਂ ਜਿਹੜਾ ਸਾਇੰਸ ਦੇ ਨਾਲ ਜਿਹੜਾ ਉਸਦੇ ਨਾਲ ਰਿਲੇਟਡ ਜਿਹੜੀ ਵੋਕੈਬਲਰੀ ਹੈ, ਤਾਂ ਉਸਦੇ ਲਈ ਟ੍ਰਾਂਸਲੇਸ਼ਨ ਦੇ ਲਈ ਟ੍ਰਾਂਸਲੇਟਰ ਜਿਹੜਾ ਪ੍ਰੋਪਰ ਨੌਲੇਜ ਦਾ ਚਾਹੀਦਾ ਹੈ। ਇਸ ਦੇ ਲਈ ਬਹੁਤ ਜ਼ਿਆਦਾ ਦੇਖਣਾ ਪੈਂਦਾ ਹੈ, ਕ੍ਰਾਈਟੇਰੀਆ ਇਸਦਾ ਬਹੁਤ ਹਾਈ ਹੁੰਦਾ ਹੈ ਕਿ ਜਿਹੜਾ ਟ੍ਰਾਂਸਲੇਟਰ ਹੈ ਦੋਨੋਂ ਹੀ ਲੈਂਗੁਏजेस ਨੂੰ ਸਮਝਣ ਵਾਲਾ ਹੋਣਾ ਚਾਹੀਦਾ, ਜਿਹੜੀ ਲੈਂਗੁਏਜ ਤੋਂ ਅੱਛੇ ਤਰੀਕੇ ਨਾਲ ਮਤਲਬ ਉਸ ਤੇ ਪਕੜ ਹੋਣੀ ਚਾਹੀਦੀ ਹੈ, ਹੋਲਡ ਹੋਣਾ ਚਾਹੀਦਾ ਉਸ ਲੈਂਗੁਏਜ ਦੇ ਉੱਤੇ, ਜਿਹੜੀ ਲੈਂਗੁਏਜ ਦੇ ਵਿੱਚੋਂ ਟ੍ਰਾਂਸਲੇਟ ਕਰ ਰਿਹਾ ਔਰ ਜਿਹੜੀ ਲੈਂਗੁਏਜ ਤੋਂ ਕਰ ਰਿਹਾ, ਫਰੋਮ ਟੂ ਜਿਹੜੀ ਲੈਂਗੁਏਜ ਤੋਂ ਤੇ ਜਿਹੜੀ ਲੈਂਗੁਏਜ ਵੱਲ, ਦੋਨਾਂ ਦੇ ਉੱਤੇ ਜਿਹੜੀ ਹੋਲਡ ਜਿਹੜਾ ਉਹ ਬੈਸਟ ਹੋਣਾ ਚਾਹੀਦਾ। ਤਾਂ ਟ੍ਰਾਂਸਲੇਸ਼ਨ ਸੈਕਸ਼ਨ ਦੇ ਲਈ ਜਿਹੜੇ ਟ੍ਰਾਂਸਲੇਟਰਸ ਹੁੰਦੇ ਨੇ ਬਹੁਤ ਹੀ ਮੁਸ਼ਕਿਲ ਨਾਲ ਜਿਹੜੇ ਪ੍ਰੋਵਾਈਡ ਕੀਤੇ ਜਾਂਦੇ ਨੇ। ਠੀਕ ਹੈ ਬੇਟਾ ਜੀ, ਇਹ ਸੀਗੇ ਸਾਡੇ ਜਿਹੜੇ ਕੁਝ ਸੈਕਸ਼ਨ ਸੀਗੇ ਜਿਨ੍ਹਾਂ ਨੂੰ ਆਪਾਂ ਡਿਸਕਸ ਕੀਤਾ ਸੀ। ਤਾਂ ਇੱਕ ਲਾਇਬ੍ਰੇਰੀ ਦੇ ਵਿੱਚ ਸਾਰੇ ਸੈਕਸ਼ਨਸ ਮਿਲ ਕੇ ਜੋ ਮੇਨਟੇਨੈਂਸ ਕਰਦੇ ਨੇ, ਜੋ ਕੰਮ ਕਰਦੇ ਨੇ, ਉਹ ਇਸ ਦੇ ਵਿੱਚ ਆਪਾਂ ਡੀਲ ਕੀਤੇ ਨੇ। ਸਭ ਤੋਂ ਪਹਿਲਾਂ ਜਿਵੇਂ ਆਪਾਂ ਪਿਛਲੇ ਲੈਕਚਰਸ ਦੇ ਵਿੱਚ ਪਿਛਲੇ ਲੈਕਚਰਸ ਦੇ ਵਿੱਚ ਆਪਾਂ ਐਕੁਜੀਸ਼ਨ ਸੈਕਸ਼ਨ ਵੀ ਕੀਤਾ ਹੈ, ਟੈਕਨੀਕਲ ਸੈਕਸ਼ਨ ਕੀਤਾ ਹੈ, ਸਰਕੂਲੇਸ਼ਨ ਸੈਕਸ਼ਨ ਕੀਤਾ ਹੈ, ਪੀਰੀਓਡਿਕਲ ਸੈਕਸ਼ਨ ਕੀਤਾ ਹੈ, ਮੇਨਟੇਨੈਂਸ ਸੈਕਸ਼ਨ ਕੀਤਾ ਹੈ। ਉਹ 5 ਸੈਕਸ਼ਨਸ ਕਰਨ ਤੋਂ ਬਾਅਦ ਜਿਹੜੇ ਸੈਕਸ਼ਨ ਸੀਗੇ ਛੋਟੇ ਰੂਪ ਦੇ ਵਿੱਚ ਜਿਹੜੇ ਆਪਾਂ ਡਿਸਕਸ ਕੀਤੇ ਨੇ, ਬਰੀਫਲੀ ਨਹੀਂ ਕੀਤੇ, ਬਰੀਫਲੀ ਪੇਜ ਕੀਤੇ ਨੇ, ਐਕਸਪਲੇਨ ਨਹੀਂ ਕੀਤਾ ਇਹਨਾਂ ਨੂੰ ਬਹੁਤਾ ਜ਼ਿਆਦਾ। ਤਾਂ ਇਹਨਾਂ ਦਾ ਇੱਕ ਆਪਣਾ ਪਾਰਟ ਹੁੰਦਾ ਹੈ। ਜਿਵੇਂ ਮੈਂ ਤੁਹਾਨੂੰ ਐਕੁਜੀਸ਼ਨ ਸੈਕਸ਼ਨ ਦੇ ਵਿੱਚ ਦੱਸਿਆ ਕਿ ਉਹ ਜਿਹੜੇ ਮੇਨ ਪਾਰਟਸ ਨੇ ਕਿ ਉਹਨਾਂ ਨੇ ਲਾਇਬ੍ਰੇਰੀ ਦੇ ਵਿੱਚ ਬੁੱਕਸ ਨੂੰ ਮੰਗਵਾਉਣਾ, ਅਕੋਰਡਿੰਗ ਟੂ ਡਿਮਾਂਡ ਮੰਗਵਾਉਣਾ, ਸਿਲੈਕਸ਼ਨ ਕਰਨੀ ਹੈ ਉਹਨਾਂ ਨੂੰ ਫਿਰ ਸਰਕੂਲੇਸ਼ਨ ਸੈਕਸ਼ਨ ਦੇ ਵਿੱਚ ਭੇਜਣਾ। ਸਰਕੂਲੇਸ਼ਨ ਸੈਕਸ਼ਨ ਪੂਰੇ ਉਸਦਾ ਕੀ ਕਰਦਾ ਹੈ, ਸਾਰੀ ਲਾਇਬ੍ਰੇਰੀ ਦਾ ਧੂਰਾ ਹੁੰਦਾ ਹੈ, ਸੈਂਟਰ ਪੁਆਇੰਟ ਹੁੰਦਾ ਹੈ, ਹਰੇਕ ਸੈਕਸ਼ਨ ਨਾਲ ਉਸਦੀ ਮੇਨਟੇਨੈਂਸ ਹੁੰਦੀ ਹੈ, ਕੋਆਪਰੇਸ਼ਨ ਨਾਲ ਕੰਮ ਕਰਦਾ ਹੈ। ਤੇ ਇਸ ਤੋਂ ਹੀ ਪਤਾ ਲੱਗਦਾ ਹੈ ਕਿ ਲਾਇਬ੍ਰੇਰੀ ਦੀ ਕਿੰਨੀ ਕੁ ਗਰੋਥ ਹੈ। ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਮੇਨਟੇਨੈਂਸ ਸੈਕਸ਼ਨ, ਟੈਕਨੀਕਲ ਸੈਕਸ਼ਨ ਆ ਜਾਂਦਾ ਜਿਸ ਦੇ ਵਿੱਚ ਕਲਾਸੀਫਿਕੇਸ਼ਨ ਤੇ ਕੈਟਾਲੋਗਿੰਗ ਹੁੰਦੀ ਹੈ। ਮੇਨਟੇਨੈਂਸ ਸੈਕਸ਼ਨ ਆ ਜਾਂਦਾ ਜਿਹੜੀ ਸਾਰੀ ਲਾਇਬ੍ਰੇਰੀ ਨੂੰ ਮੇਨਟੇਨ ਕਰਕੇ ਰੱਖਦਾ ਹੈ। ਫਿਰ ਉਸ ਤੋਂ ਬਾਅਦ ਆਪਣਾ ਪੀਰੀਓਡਿਕਲ ਸੈਕਸ਼ਨ ਆ ਜਾਂਦਾ ਜਿਸ ਦੇ ਵਿੱਚ ਆਪਾਂ ਪੀਰੀਓਡਿਕਲ ਜਰਨਲਸ ਜਿਹੜੇ ਆ ਮੰਗਵਾ ਕੇ ਰੱਖਦੇ ਆ ਰਿਸਰਚਰਸ ਦੇ ਲਈ, ਜਾਂ ਜਿਹੜੀ ਜਿੰਨੀ ਵੀ ਨਿਊ ਰਿਸਰਚ ਹੈ, ਜਿੰਨੀ ਵੀ ਨਿਊ ਕਰੰਟ ਇਨਫੋਰਮੇਸ਼ਨ ਆ, ਸਾਨੂੰ ਪੀਰੀਓਡਿਕਲਸ ਦੇ ਥਰੂ ਹੀ ਮਿਲਦੀ ਹੈ। ਤੇ ਠੀਕ ਹੈ, ਉਸ ਤੋਂ ਬਾਅਦ ਜਿਹੜਾ ਰੈਫਰੈਂਸ ਸੈਕਸ਼ਨ ਹੈ ਉਸ ਦੇ ਵਿੱਚ ਉਹ ਬੁੱਕਸ ਹੁੰਦੀਆਂ ਨੇ ਜਿਹੜੀਆਂ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ, ਜਿਵੇਂ ਡਿਕਸ਼ਨਰੀ ਹੋ ਗਈ ਜਾਂ ਕੋਈ ਬਾਈਬਲੋਗ੍ਰਾਫੀ ਹੋ ਗਈ, ਬਾਇਓਗ੍ਰਾਫੀਜ਼ ਹੋ ਗਈ, ਉਸ ਨਾਲ ਸੰਬੰਧਿਤ, ਜਾਂ ਲਾਇਬ੍ਰੇਰੀ ਨੂੰ ਕਿਸ ਤਰੀਕੇ ਨਾਲ ਯੂਜ਼ ਕਰਨਾ ਹੈ, ਰੈਫਰੈਂਸ ਲਾਇਬ੍ਰੇਰੀਅਨ ਜੋ ਹੈ ਸਾਨੂੰ ਉਸ ਸੈਕਸ਼ਨ ਦੇ ਥਰੂ ਸਮਝਾਉਂਦਾ ਹੈ। ਫਿਰ ਉਸ ਤੋਂ ਬਾਅਦ ਥੀਸਿਸ ਹੋ ਗਏ, ਜਿਵੇਂ ਐਮਫਿਲ ਜਾਂ ਪੀਐਚਡੀ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਸਟੂਡੈਂਟਸ ਨੇ, ਉਹ ਜਦੋਂ ਰਿਸਰਚ ਕਰਦੇ ਨੇ, ਥੀਸਿਸ ਲਿਖਦੇ ਨੇ, ਤਾਂ ਉਹਨਾਂ ਦੀ ਇੱਕ ਕਾਪੀ ਲਾਇਬ੍ਰੇਰੀ ਦੇ ਵਿੱਚ ਜਮ੍ਹਾਂ ਹੁੰਦੀ ਹੈ। ਤਾਂ ਉਹ ਥੀਸਿਸ ਸੈਕਸ਼ਨ ਦੇ ਵਿੱਚ ਹੁੰਦੀ ਹੈ। ਐਡਮਿਨਿਸਟ੍ਰੇਸ਼ਨ ਜੋ ਹੈ ਸਾਰੇ ਚੀਜ਼ਾਂ ਪ੍ਰਬੰਧ ਕਰਦਾ ਹੈ, ਸਾਰੇ ਚੀਜ਼ਾਂ ਦਾ ਜਿਹੜਾ ਹੈ ਇੱਕ ਤਾਲਮੇਲ ਬਣਾਉਂਦਾ ਹੈ। ਬਾਈਂਡਿੰਗ ਸੈਕਸ਼ਨ ਦੇ ਵਿੱਚ ਕੀ ਹੁੰਦਾ, ਜਿਹੜੀਆਂ ਸਾਡੀਆਂ ਬੁੱਕਸ ਨੇ ਉਹ ਬਾਈਂਡ ਹੋ ਕੇ ਆਉਂਦੀਆਂ ਨੇ, ਉਹ ਬਾਈਂਡਿੰਗ ਦੇ ਨਾਲ ਉਹਨਾਂ ਦੀ ਜਿਹੜੀ ਲਾਈਫ ਵੱਧ ਜਾਂਦੀ ਹੈ। ਉਸ ਤੋਂ ਬਾਅਦ ਰੈਪੋਗ੍ਰਾਫੀ ਸੈਕਸ਼ਨ ਹੈ, ਉਸ ਦੇ ਵਿੱਚ ਅਸੀਂ ਕੀ ਕਹਿੰਦੇ ਨੇ, ਫੋਟੋਕਾਪੀ, ਜਿਹੜੀ ਸਾਡੀ ਨੀਡ ਦੇ ਅਕੋਰਡਿੰਗਲੀ ਜੇ ਸਾਨੂੰ ਕੋਈ ਇਨਫੋਰਮੇਸ਼ਨ 1 ਜਾਂ 2 ਪੇजेस ਦੀ ਚਾਹੀਦੀ, ਅਸੀਂ ਫੋਟੋਕਾਪੀ ਕਰਵਾ ਕੇ ਉਸੇ ਟਾਈਮ ਹੀ ਆਪਣੇ ਨਾਲ ਲੈ ਜਾ ਸਕਦੇ ਹਾਂ। ਉਸ ਤੋਂ ਬਾਅਦ ਟ੍ਰਾਂਸਲੇਸ਼ਨ ਸੈਕਸ਼ਨ ਹੈ, ਇਹ ਖੋਜਾਰਥੀ
ਦੇ ਲਈ ਹੁੰਦਾ, ਮਤਲਬ ਸਰਚਸ ਦੇ ਲਈ ਹੁੰਦਾ ਹੈ। ਜਿਹੜੀ ਉਹਨਾਂ ਨੂੰ ਲੋਕਲ ਲੈਵਲ ਦੀ ਲੈਂਗੁਏਜ ਦੇ ਵਿੱਚ ਲਿਖੀ ਹੋਈ ਇਨਫੋਰਮੇਸ਼ਨ ਹੈ ਸਮਝ ਨਹੀਂ ਆ ਰਹੀ ਤੇ ਟ੍ਰਾਂਸਲੇਟਰ ਕੀ ਕਰਦਾ ਹੈ, ਉਸ ਨੂੰ ਉਸ ਜਿਹੜੀ ਇਨਫੋਰਮੇਸ਼ਨ ਨੂੰ ਟ੍ਰਾਂਸਲੇਟ ਕਰਕੇ ਉਸ ਰਿਸਰਚਰ ਤੱਕ